First up, I would like to thank Honorable Principal Sir Sardar Joga Singh and the school management for giving us an opportunity to interact with the dear students, and good morning to all of you. We all have gathered here to know something about the solar system, ਜਿਹਨੂੰ ਆਪਾਂ ਸੌਰ ਊਰਜਾ ਕਹਿੰਦੇ ਆ। ਠੀਕ ਹੈ, ਬਹੁਤ ਵਧੀਆ ਸਿਸਟਮ ਹੈ, ਇਹਨੂੰ ਧਿਆਨ ਨਾਲ ਸਮਝਣਾ, ਅੱਗੇ ਤੁਹਾਡੇ ਲਾਈਫ ਦੇ ਵਿੱਚ ਕੰਮ ਵੀ ਆ ਸਕਦਾ। ਠੀਕ ਹੈ, ਇੱਕ ਤੁਹਾਡੀ ਕਰੀਅਰ ਲਾਈਨ ਵੀ ਬਣ ਸਕਦੀ ਹੈ ਇਹ, ਕਿਉਂਕਿ ਮਤਲਬ ਤੁਸੀਂ ਲਗਾ ਲਓ ਕਿ ਅੱਜ ਦੇ ਟਾਈਮ ਦਾ ਸਭ ਤੋਂ ਜ਼ਿਆਦਾ ਵਾਸਟ ਜਿਹੜਾ ਹੈਗੀ ਆ ਟੈਕਨੋਲੋਜੀ, ਉਹ ਸੋਲਰ ਟੈਕਨੋਲੋਜੀ ਹੈ। ਜਿਵੇਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਆ, ਠੀਕ ਹੈ, ਕਿਤੇ ਵੀ ਆਪਾਂ ਨੂੰ ਗ੍ਰਿਡ ਤੋਂ ਆਉਂਦੀ ਹੈ। PSPCL ਜਿਹੜੀ ਹੈ, ਪਾਵਰ ਕਾਰਪੋਰੇਸ਼ਨ ਲਿਮਿਟਡ, ਤੁਹਾਨੂੰ ਪਤਾ ਹੈ ਕਿ ਉਹ ਆਪਾਂ ਨੂੰ ਇਲੈਕਟ੍ਰਿਸਿਟੀ ਦਿੰਦੀ ਹੈ ਸਾਰੇ ਘਰਾਂ ਦੇ ਵਿੱਚ। ਹੁਣ ਜਿਹੜੀ ਇਲੈਕਟ੍ਰਿਸਿਟੀ ਹੈ ਉਹ ਪਾਵਰ ਕਾਰਪੋਰੇਸ਼ਨ ਤੋਂ ਆਪਾਂ ਲੈਂਦੇ ਨਹੀਂ, ਪਾਵਰ ਕਾਰਪੋਰੇਸ਼ਨ ਨੂੰ ਆਪਾਂ ਬਣਾ ਕੇ ਦੇ ਰਹੇ ਹਾਂ। ਉਹ ਕਿਹਦੇ ਥਰੂ ਬਣਾ ਕੇ ਦੇ ਰਹੇ ਹਾਂ? ਸਨਜ਼ ਐਨਰਜੀ ਦੇ ਥਰੂ। ਤਾਂ ਸਨਜ਼ ਐਨਰਜੀ ਦੇ ਥਰੂ ਆਪਾਂ ਕਿਸ ਤਰ੍ਹਾਂ ਬਣਾ ਕੇ ਦੇ ਰਹੇ ਹਾਂ, ਉਹ ਟੈਕਨੋਲੋਜੀ ਸਾਰੀ ਤੁਹਾਨੂੰ ਮੈਂ ਸਮਝਾਉਣ ਲੱਗਿਆ। ਇਹਦੇ ਵਿੱਚ ਮੇਨ ਕਈ ਪਾਰਟਸ ਨੇਗੇ, ਜਿਹਦੇ ਵਿੱਚ ਫਸਟ ਮੇਨ ਪਾਰਟ ਜਿਹੜਾ ਆਉਂਦਾ ਹੈਗਾ ਉਹ ਹੈਗਾ ਸੋਲਰ ਮੋਡਿਊਲ। ਠੀਕ ਹੈ, ਤੁਹਾਡੇ ਸਾਹਮਣੇ ਆ। ਇਹਦੇ ਵਿੱਚ ਦੋ ਡਿਫਰੈਂਟ ਟੈਕਨੋਲੋਜੀਜ਼ ਨੇ ਮੇਨਲੀ, ਥਰਡ ਵੀ ਹੈਗੀ ਹੈ, ਮੇਨਲੀ ਜਿਹੜੀ ਯੂਜ਼ 'ਚ ਆਉਂਦੀਆਂ ਨੇ ਉਹ ਦੋ ਡਿਫਰੈਂਟ ਟੈਕਨੋਲੋਜੀਜ਼ ਨੇ। ਫਸਟ ਵਨ ਇਜ਼ ਪੋਲੀਕ੍ਰਿਸਟਲਾਈਨ ਐਂਡ ਸੈਕਿੰਡ ਵਨ ਇਜ਼ ਮੋਨੋਕ੍ਰਿਸਟਲਾਈਨ। ਇਹ ਜਿਹੜਾ ਸਾਹਮਣੇ ਤੁਸੀਂ ਸੋਲਰ ਮੋਡਿਊਲ ਦੇਖ ਰਹੇ ਹੋ, ਇਹ ਕੀ ਹੈ? ਦਿਸ ਇਜ਼ ਅ ਪੋਲੀਕ੍ਰਿਸਟਲਾਈਨ ਮੋਡਿਊਲ। ਐਕਚੁਅਲ 'ਚ ਕੀ ਹੁੰਦਾ? ਸੈਮੀ ਕੰਡਕਟਰ ਸੁਣਿਆ ਕਿਸੇ ਨੇ? ਸੈਮੀ ਕੰਡਕਟਰ ਸੁਣਿਆ ਕਿਸੇ ਨੇ? ਅੱਜ ਤੱਕ ਸੈਮੀ ਕੰਡਕਟਰ ਕਿਸੇ ਨੇ ਵੀ ਨਹੀਂ ਸੁਣਿਆ। ਕੰਡਕਟਰ ਸੁਣਿਆ ਕਿਸੇ ਨੇ? ਕੰਡਕਟਰ ਕੀ ਹੁੰਦਾ? ਬੱਸ ਵਾਲਾ ਕੰਡਕਟਰ ਨਹੀਂ, ਕੰਡਕਟਰ ਕੀ ਹੁੰਦਾ ਹੈਗਾ? ਕੰਡਕਟਰ ਵੀ ਨਹੀਂ ਸੁਣਿਆ। ਕੰਡਕਟਰ ਕੀ ਹੁੰਦਾ ਰਾਜੀ? ਕੋਈ ਵੀ ਕੰਡਕਟਿੰਗ ਡਿਵਾਈਸ ਹੈ, ਉਹ ਕੀ ਕਰੂਗੀ? ਉਹ ਇਲੈਕਟ੍ਰਿਸਿਟੀ ਨੂੰ ਆਪਣੇ ਆਪ 'ਚੋਂ ਪਾਸ ਕਰਨ ਦਿੰਦੀ ਹੈ। ਠੀਕ ਹੈ, ਇਟ ਅਲਾਉਜ਼ ਇਲੈਕਟ੍ਰਿਸਿਟੀ ਟੂ ਪਾਸ ਥਰੂ ਇਟ। ਸੈਮੀ ਕੰਡਕਟਰ ਕੀ ਹੁੰਦਾ ਹੈ? ਉਹ ਹਾਫ ਇਲੈਕਟ੍ਰਿਸਿਟੀ ਨੂੰ ਪਾਸ ਕਰਨ ਦਿੰਦਾ ਹੈ। ਸੈਮੀ ਇਸੇ ਕਰਕੇ ਹੈ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਕਿਹੜੀ ਡਿਵਾਈਸ ਤੋਂ ਆਪਾਂ ਸਟਾਰਟ ਕਰਦੇ ਹਾਂ? ਮੋਡਿਊਲ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਕਿਹੜੀ ਡਿਵਾਈਸ ਤੋਂ ਸਟਾਰਟ ਹੁੰਦੀ ਹੈ? ਬੇਸ ਜਿਹੜਾ ਹੈਗਾ ਉਹ ਸੈਮੀ ਕੰਡਕਟਰ ਡਿਵਾਈਸ ਹੈ। ਠੀਕ ਹੈ, ਸੈਮੀ ਕੰਡਕਟਰ ਲਈ ਕੀ ਹੁੰਦਾ? ਇੱਕ ਵੇਫਰ ਹੁੰਦਾ ਆਪਣੇ ਕੋਲੇ, ਸਿਲੀਕੌਨ ਦਾ ਵੇਫਰ ਹੁੰਦਾ। ਸਿਲੀਕੌਨ ਦਾ ਇੱਕ ਛੋਟਾ ਜਿਹਾ ਵੇਫਰ ਹੁੰਦਾ 2 ਸੈਂਟੀਮੀਟਰ ਸਕੁਏਅਰ ਦਾ। ਉਸ ਤੋਂ ਇੱਕ ਐਡਾ ਵੱਡਾ ਮੋਡਿਊਲ ਤਿਆਰ ਹੋ ਜਾਂਦਾ ਹੈ। ਤਾਂ ਇਹਦਾ ਪ੍ਰੋਸੈਸ ਕੀ ਹੁੰਦਾ? ਬੇਸਿਕ 5 ਚੀਜ਼ਾਂ ਆਉਂਦੀਆਂ ਨੇ ਇਹਦੇ ਵਿੱਚ। ਠੀਕ ਹੈ, ਇੱਕ ਤਾਂ ਪਹਿਲਾਂ ਵੇਫਰ ਹੁੰਦਾ, ਵੇਫਰ ਤੋਂ ਵੇਫਰ ਨੂੰ ਆਪਾਂ ਮੈਲਟ ਕਰਦੇ ਹਾਂ ਇੱਕ ਇਲੈਕਟ੍ਰੀਕਲ ਫਰਨੇਸ ਦੇ ਵਿੱਚ। ਠੀਕ ਹੈ, ਸਿਲੀਕੌਨ ਡਾਈਆਕਸਾਈਡ ਚੀਜ਼ ਹੁੰਦੀ ਆ, ਉਹਨੂੰ ਆਪਾਂ ਇਲੈਕਟ੍ਰੀਕਲ ਫਰਨੇਸ ਦੇ ਵਿੱਚ ਮੈਲਟ ਕਰਦੇ ਹਾਂ। ਉਹ ਮੈਲਟ ਕਰਕੇ ਉਹ ਪੋਲੀਕ੍ਰਿਸਟਲਾਈਨ ਵੇਫਰਸ ਬਣ ਜਾਂਦੇ ਆ। ਉਹ ਮਿਕਸਚਰ ਹੁੰਦਾ ਵੇਫਰਸ ਦਾ। ਠੀਕ ਹੈ, ਜਿਹੜੀ ਮੈਂ ਤੁਹਾਨੂੰ ਇੱਕ ਪੋਲੀਕ੍ਰਿਸਟਲਾਈਨ ਟੈਕਨੋਲੋਜੀ ਦੱਸੀ ਆ, ਦੂਸਰੀ ਮੋਨੋਕ੍ਰਿਸਟਲਾਈਨ। ਪੋਲੀਕ੍ਰਿਸਟਲਾਈਨ ਕੀ ਹੁੰਦੀ ਆ? ਉਹਦੇ ਵਿੱਚ ਮਲਟੀ ਵੇਫਰਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਇਲੈਕਟ੍ਰੀਕਲ ਫਰਨੇਸ ਦੇ ਵਿੱਚ ਮੈਲਟ ਕਰਿਆ ਹੁੰਦਾ। ਠੀਕ ਹੈ, ਅਤੇ ਜਿਹੜਾ ਮੋਨੋਕ੍ਰਿਸਟਲਾਈਨ ਹੁੰਦਾ ਹੈ ਉਹਨੂੰ ਕੀ ਕਰਦੇ ਹਾਂ ਆਪਾਂ? ਜਦੋਂ ਮੈਲਟਡ ਫਾਰਮ ਨੂੰ ਆਪਾਂ ਬਾਹਰ ਕੱਢਦੇ ਹਾਂ, ਉਹਦੇ ਵਿੱਚੋਂ ਪੀਸਿਸ ਕੱਟ ਕਰਦੇ ਹਾਂ ਆਪਾਂ। ਇੱਕ ਬਲੇਡ ਹੁੰਦਾ ਆਪਣੇ ਕੋਲ, ਇੱਕ ਸਪੈਸ਼ਲ ਬਲੇਡ ਹੁੰਦਾ ਜਿਹਦੇ ਨਾਲ ਆਪਾਂ ਪੀਸਿਸ ਕੱਟ ਕਰਦੇ ਹਾਂ। ਉਹ ਇੱਕ ਸਿਲੈਂਡਰੀਕਲ ਪੀਸ ਬਾਹਰ ਨਿਕਲ ਕੇ ਆ ਜਾਂਦਾ। ਠੀਕ ਹੈ, ਉਹਨੂੰ ਆਪਾਂ ਮੋਨੋਕ੍ਰਿਸਟਲਾਈਨ ਵੇਫਰ ਕਹਿ ਦਿੰਦੇ ਹਾਂ। ਉਹ ਵੇਫਰਸ ਜਿਹੜੇ ਨੇਗੇ, ਜਿਹੜਾ ਪੋਲੀਕ੍ਰਿਸਟਲਾਈਨ ਦੇ ਕੇਸ ਦੇ ਵਿੱਚ ਕੀ ਹੋ ਗਿਆ? ਮਲਟੀ ਵੇਫਰਸ ਹੋ ਗਏ ਜਿਨ੍ਹਾਂ ਦਾ ਮਿਕਸਚਰ ਕੀਤਾ ਹੋਇਆ ਮੈਲਟ ਕਰਕੇ। ਠੀਕ ਹੈ, ਉਹਨੂੰ ਆਪਾਂ ਜੇ ਦੇਸੀ ਹਿਸਾਬ 'ਚ ਕਹੀਏ, ਆਪਾਂ ਇੱਕ ਪਲੇਟ 'ਚ 7-8 ਕੌਲੀਆਂ ਨੇ ਸਪੋਜ਼ ਕਰ ਲਓ, ਸਪੇਸ ਬਣੀ ਹੋਈ ਆ, ਉਹਨਾਂ ਦੇ ਵਿੱਚ ਉਹ ਵੇਫਰਸ ਨੂੰ ਭਰ ਲਿਆ ਆਪਾਂ। ਠੀਕ ਹੈ ਜੀ, ਉਹ ਹੋ ਗਏ ਪੋਲੀਕ੍ਰਿਸਟਲਾਈਨ ਦੇ ਵੇਫਰਸ ਜਿਹੜੇ ਨੇ, ਉਹ ਸੈਲਸ ਬਣ ਗਏ। ਠੀਕ ਹੈ, ਸਮਝ ਗਏ? ਜਿਵੇਂ ਇਹਦੇ ਵਿੱਚ ਆਹ ਬਾਕਸਿਸ ਬਣੇ ਹੋਏ ਨੇ, ਤੁਸੀਂ ਕਲੀਅਰਲੀ ਦੇਖੋ, ਆਹ ਬਾਕਸਿਸ ਬਣੇ ਹੋਏ ਨੇ, ਅਲੱਗ-ਅਲੱਗ ਬਾਕਸਿਸ ਬਣੇ ਹੋਏ ਦਿਸ ਰਹੇ ਨੇ ਸਾਰਿਆਂ ਨੂੰ। ਠੀਕ ਹੈ, ਇਹ ਕੀ ਨੇ? ਇਹਨਾਂ ਦੇ ਵਿੱਚ ਉਹ ਜਿਹੜਾ ਮੈਂ ਤੁਹਾਨੂੰ ਮੈਲਟਡ ਫਾਰਮ ਦੱਸੀ ਆ, ਉਹ ਭਰੀ ਜਾਂਦੀ ਹੈ ਬੇਸਿਕਲੀ। ਠੀਕ ਹੈ, ਉਸ ਤੋਂ ਬਾਅਦ ਜਿੰਨੇ ਵੀ ਸੈਲਸ ਬਣੇ ਹੋਏ ਨੇਗੇ ਸਕੁਏਅਰ ਫਾਰਮ ਦੇ ਵਿੱਚ, ਨੰਬਰ ਆਫ ਸੈਲਸ ਨੇ ਇਹਦੇ ਵਿੱਚ ਪੈਨਲਸ ਦੇ ਵਿੱਚ। ਠੀਕ ਹੈ, ਇਹ ਜਿਹੜੇ ਸੈਲਸ ਬਣੇ ਹੋਏ ਨੇ ਇਹਨਾਂ ਨੂੰ ਆਪਸ 'ਚ ਇਲੈਕਟ੍ਰੀਕਲੀ ਕਨੈਕਟ ਕੀਤਾ ਜਾਂਦਾ। ਠੀਕ ਹੈ, ਥਰਡ ਕੀ ਹੈ? ਇਹਨੂੰ ਆਪਾਂ ਜਿਹੜੀ ਐਂਟੀ ਰਿਫਲੈਕਸ਼ਨ ਕੋਟਿੰਗ ਦਿੰਦੇ ਹਾਂ। ਐਂਟੀ ਰਿਫਲੈਕਸ਼ਨ ਮੀਨਸ ਹੁਣ ਸਨ ਦੀ ਐਨਰਜੀ ਇਹ 'ਤੇ ਪੈਂਦੀ ਆ, ਜੇ ਐਂਟੀ ਰਿਫਲੈਕਸ਼ਨ ਕੋਟਿੰਗ ਨਹੀਂ ਹੋਊਗੀ ਤਾਂ ਰਿਫਲੈਕਟ ਹੋ ਕੇ ਬੈਕ ਜਾਈ ਜਾਊਗੀ, ਇਹਨੇ ਐਨਰਜੀ ਕੁਛ ਨਹੀਂ ਪ੍ਰੋਡਿਊਸ ਕਰਨੀ। ਠੀਕ ਹੈ, ਤਾਂ ਇੱਕ ਐਂਟੀ ਰਿਫਲੈਕਸ਼ਨ ਕੋਟਿੰਗ ਲੱਗਦੀ ਹੈ। ਉਸ ਤੋਂ ਬਾਅਦ ਇਹਨੂੰ ਐਨਕੈਪਸੂਲੇਟ ਕੀਤਾ ਜਾਂਦਾ। ਐਨਕੈਪਸੂਲੇਸ਼ਨ ਕੀ ਹੈ? ਆ ਜਿਹੜਾ ਫਰੇਮ ਲੱਗਿਆ ਹੋਇਆ ਜਾਂ ਗਲਾਸ ਬਣਿਆ ਹੋਇਆ, ਇਹ ਐਨਕੈਪਸੂਲੇਸ਼ਨ ਹੈਗੀ ਸਾਰੀ। ਤਾਂ ਇਹ ਕਵਰ ਕਰਕੇ ਇੱਕ ਮੋਡਿਊਲ ਬਣ ਗਿਆ। ਮੋਨੋ ਦੇ ਵਿੱਚ ਕੀ ਹੁੰਦਾ? ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਇੱਕ ਪੀਸ ਕੱਟ ਲੈਂਦੇ ਆ। ਠੀਕ ਹੈ, ਉਹ ਸਿੰਗਲ ਵੇਫਰ ਹੁੰਦਾ। ਪੋਲੀ ਦੇ ਵਿੱਚ ਕੀ ਹੁੰਦਾ? ਮਲਟੀ ਵੇਫਰਸ ਮੈਲਟ ਕਰਕੇ ਇੱਕ ਫਾਰਮ ਦੇ ਵਿੱਚ ਆ ਗਏ, ਉਹਨਾਂ ਦੇ ਵਿੱਚ ਇੰਪਿਓਰਿਟੀਜ਼ ਜ਼ਿਆਦਾ ਹੋਣਗੀਆਂ। ਜਦੋਂ ਆਪਾਂ ਸਿੰਗਲ ਵੇਫਰ ਕੱਟਤਾ, ਉਹਦੇ ਵਿੱਚ ਇੰਪਿਓਰਿਟੀ ਘੱਟ ਹੋਊਗੀ।
ठीक है। वो सिंगल वेफर एक सैल दे विच आ जांदा है, उन्होंने भी आपां उवें इलैक्ट्रिकली कनैक्ट करते हैं, ठीक है। फिर एंटी रिफ्लैक्शन कोटिंग होंदी है, फिर आ ग्लास कवर होंदा, पैनल तैयार हो जाता। तो मोनो की प्रोडक्शन हमेशा पॉली नालों वध होगी, क्यों? क्योंकि वो सिंगल वेफर तो बनया तो इंप्योरिटीज़ घट नहीं गियां। ये मल्टी वेफर्स तो बनया, इस करके ये इंप्योरिटीज़ ज़्यादा नहीं गियां, ठीक है। ये क्लैरिटी होगी इस चीज़ की। उस तो बाद सोलर मॉड्यूल्स तो बाद की आउंदा हैगा, आप अगे चलते हैं। जिन्ने भी आ पैनल्स ने गे, मैं तुहानूं तैयार करने वाली फॉर्म दसती सी, उस तो डीप भी मैं जा सकदा, बट अपने कोले टाइम की कमी आ, ठीक है। इस तो डीप जे तुहाने मेरे तो कुछ भी पुछना, मैं तुहानूं नंबर दे के जाऊँगा, तुसीं मेरे तो जानकारी लै सकदे हो, जिन्हें अगे करियर बनाउणा इसनूं, ठीक है। तो मॉड्यूल्स ने जिहड़े इन्हां दे पिछे आ बॉक्सिस ने, जो भी इन्हां चों एनर्जी प्रोड्यूस होंदी है, एनर्जी बेसिकली मैं तुहानूं थोड़ा जिहा दस दिना किवें प्रोड्यूस होंदी है। सनलाइट इन्हां ते स्ट्राइक करदी आ, फोटोन्स होंदे ने बेसिकली। इलैक्ट्रिसिटी की होंदी है, इट इज़ फ्लो ऑफ करंट। फ्लो ऑफ करंट की होंदा है, एक्चुअली फ्लो ऑफ इलैक्ट्रॉन्स, ठीक है। इलैक्ट्रॉन्स फ्लो करते हैं, तो जो इत्ते सनलाइट स्ट्राइक करती है, ये डायोड होंदा है, पीएन जंक्शन डायोड होंदा है। एक इहदे विच पॉजिटिव इंप्योरिटी होंदी है, एक नैगेटिव इंप्योरिटी होंदी है, ठीक है। जो इत्ते सनलाइट स्ट्राइक करती है, तो इलैक्ट्रॉन्स जिहड़े ने उन्हां नूं एनर्जी मिल जाती है, ठीक है। जिवें आपां नूं पानी पी के या ग्लूकोज पी के एनर्जी मिलती है, इन्हां नूं सनलाइट तो एनर्जी मिलती है, तो एनर्जी मिलूगी, इलैक्ट्रॉन्स जिहड़े ने मूव करन लग जाणगे। तो वो जो मूव करन लग गए, दैट इज़ द फ्लो ऑफ करंट। जो करंट फ्लो कर गया, इलैक्ट्रिसिटी प्रोड्यूस होगी। दिस इज़ द बेसिक फॉर्म, ठीक है। तो ये जी इलैक्ट्रिसिटी प्रोड्यूस होगी, इनू आपां यूज़ किवें करांगे? तो ये वायरस के थ्रू, आ डीसी वायरस नेगियां। डीसी वायरस क्यों नेगियां? बिकॉज इन्हां च जिहड़ी इलैक्ट्रिसिटी प्रोड्यूस होंदी है, दैट इज़ करंट जिहड़ा प्रोड्यूस होंदा है, दैट इज़ डायरैक्ट करंट। वो सारे इलैक्ट्रॉन्स जिहड़े ने वो इक्को डायरैक्शन दे विच फ्लो करदे ने, ठीक है। तो वो डायरैक्ट करंट हो गया, इस करके आपां डीसी वायर यूज़ करते हैं। डायरैक्ट करंट नूं लैण लई आपां नूं डीसी वायर ही चलूगी। डीसी वायर मीनस डायरैक्ट करंट वायर, ठीक है। तो ये वायरस के थ्रू सारा डाटा कित्थे जांदा है? डीसी बॉक्स नूं, ठीक है। ये बॉक्स तो ये बॉक्स का जिहड़ा मीनिंग है तुहानूं बाद च दसूंगा, इन्हां दे यूजेस की ने। बेसिकली सब तो पहला अपने कोले की आउंदा इन्वर्टर। जदों डीसी इनपुट आऊगी, वो इन्वर्टर नूं जांदी है। डीसी आपां नूं इन्वर्टर का फंक्शन सारिਆਂ ਨੂੰ पता ही हुंदा कि वो की करदा है, इट कन्वर्ट्स डीसी इंटू एसी। वो डायरैक्ट करंट नूं अल्टरनेटिंग करंट च बदल दूगा। क्यों? क्योंकि मोस्टली अपने घरे जिन्ने भी डिवाइसिस होंदे नेगे, वो एसी डिवाइसिस होंदे ने। पक्खा, ट्यूब, एसी जो भी आपां लाउने आ घरे, वो सारे एसी डिवाइसिस ने। डीसी फैन या डीसी होर कोई डिवाइस बहुत घट यूज़ करते हैं आपां, ठीक है। तो इस करके ये इन्वर्टर लाउणा जरूरी है। घरे भी अपने इन्वर्टर बैटरी जिहड़ी लगी हुंदी है, वो बैटरी की बैटरी च की सेव हुंदा? डीसी पावर, ठीक है। वो तो बैटरी तो अपने घरे चलण किवें लग जांदा सिस्टम? वो इन्वर्टर लग्या हुंदा, वो डीसी नूं एसी च कन्वर्ट करके अपना सिस्टम चलाउंदा, ठीक है। ये बेसिक फॉर्म है इन्वर्टर की। हुण इन्वर्टर दे विच एक स्पैशलिटी है, इहदे विच की स्पैशलिटी है? इहदे विच इहदे थल्ले MPPT हुंदी है। आ जिहड़ियां वायरस लगियां होईयां नेगीਆਂ, ठीक है। आ डीसी वायरस कनैक्ट कीतियां होईयां, इहदे थ्रू इनपुट जा रही है। MPPT का की मतलब हुंदा कि इहने जिहड़ी डीसी वोल्टेज आई, जिहड़ी रेटिंग नाल आई एनर्जी, उस रेटिंग नाल इहनूं देनी आ। जिवें सपोज कर लो जिहड़ी डीसी एनर्जी अपने कोले आ रही है, उहदी रेटिंग की है 15 वोल्ट ते 10 एम्पीयर, ठीक है। तो टोटल वोल्टेज कितनी होगी? वोल्टेज का फार्मूला की होंदा VI, ठीक है। वोल्टेज कितनी सी मैं दसी? 15, ठीक है। तो करंट कितना दसिया सी? 10 एम्पीयर। 150 वाट हो गया, ठीक है। ਇੱਥੇ ਜਿਹੜਾ ਹੈਗਾ सिस्टम ਉਹ वोल्टेज कितनी लैंदा है? 12 वोल्ट, ठीक है। तो इनू ਇਹਦੇ बराबर सिस्टम करना पऊगा। जे आप MPPT नहीं लावांगे तो 12 वोल्ट हो गया, तो करंट हो गया सपोज कर लो 10 एम्पीयर ही है, तो वोल्टेज कितनी रह गई? 120 वाट की। 30 वाट का लॉस हो गया। MPPT की करके दूगा? इनू ਇਹਦੀ वोल्टेज के बराबर करके दूगा, ताकि अपना कोई भी किसी किस्म का लॉस ना होगी, ठीक है। मैक्सीमम पावर पॉइंट ट्रैकिंग, जिन्नी पावर आपां नूं ये तो आ रही है, वो मैक्सीमम पावर ही आपां इनू इनपुट कर सकीए। जे इनू मैक्सीमम पावर इनपुट करांगे तो ही ये मैक्सीमम पावर आउटपुट दूगा, ठीक है। तो बेसिक फंक्शन ਇਹਦਾ मैं तुहानूं दसता सी कि इट कन्वर्ट्स DC इंटू AC। उस तो बाद आ जाते हैं आ दोनों बॉक्सिस, ठीक है। अरुण जी पिछे थोड़ा ये बॉक्सिस दे विच की ने? ये बॉक्सिस का काम की आ? हाई करंट या हाई वोल्टेज तो दोनों साइडों बचाउणा। दोनों साइडों बचाउण का की मतलब आ? ਇਹ ਕੀ ਹੈ? DC ਸਾਈਡ ਪ੍ਰੋਟੈਕਸ਼ਨ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ DC KW ਪੈਨਲ। DC ਦਾ ਮੀਨਿੰਗ ਕੀ ਆ? ਕਿ ਜਿਹੜੀ ਪੈਨਲ ਸਾਈਡ ਤੋਂ ਆਪਾਂ ਨੂੰ ਕੋਈ ਵੀ ਐਕਸਟਰਾ ਵੋਲਟੇਜ ਜਾਂ ਕਰੰਟ ਆਉਂਦਾ, ਇਹ ਸਾਈਡ ਨੇ ਉਸ ਤੋਂ ਬਚਾਉਣਾ ਆਪਾਂ ਨੂੰ, ਠੀਕ ਹੈ। ਜਿੰਨੀ ਆਪਾਂ ਮਤਲਬ ਐਜ਼ਿਊਮ ਕਰਕੇ ਰੱਖਦੇ ਆ ਵੀ ਇੰਨੀ ਵੋਲਟੇਜ ਆਊਗੀ, ਜੇ ਉਹ ਤੋਂ ਵੱਧਦੀ ਆ
ठीक है, या उस तो डाउन जाती है तो ये प्रोटैक्ट करूगा आपको। ये डिवाइसिस होंगे ने उहदा फंक्शन दसदा मैं तुहानूं। इस तरह AC साइड है, AC साइड जिवें हुण मीटर जिहड़े लगे हुए ने बाहर, ਉਹ ਇਹ सिस्टम ਜਿਹੜਾ ਸਾਰਾ ਹੈਗਾ ਇਹ ਗ੍ਰਿਡ ਨਾਲ ਕਨੈਕਟਡ ਆ, ਬਿਜਲੀ ਬੋਰਡ ਨਾਲ ਕਨੈਕਟਡ ਆ, ਤਾਂ ਹੀ ਆਪਾਂ ਪਾਵਰ ਬਣਾ ਕੇ ਬਿਜਲੀ ਬੋਰਡ ਨੂੰ ਦੇ ਰਹੇ ਹਾਂ। ਠੀਕ ਹੈ, ਤਾਂ ਉਧਰੋਂ ਵੀ ਆਪਾਂ ਨੂੰ ਕੋਈ ਐਕਸਟਰਾ ਵੋਲਟੇਜ ਜਾਂ ਐਕਸਟਰਾ ਕਰੰਟ ਆ ਸਕਦਾ। ਜਿਵੇਂ ਆਪਣੇ ਘਰੇ ਬਿਜਲੀ ਆਪਾਂ ਕੁਝ ਵੀ ਡਿਵਾਈਸ ਚਲਾਉਂਦੇ ਆ, ਕਈ ਵਾਰੀ ਕੀ ਹੁੰਦਾ ਵੋਲਟੇਜ ਲੋ ਹੋ ਜਾਂਦੀ ਹੈ, ਆਪਣੇ ਡਿਵਾਈਸ ਉਸ ਕਰਕੇ ਫਲਿੱਕਰ ਕਰਨ ਲੱਗ ਜਾਂਦੇ ਆ। ਠੀਕ ਹੈ, ਜਾਂ ਹਾਈ ਹੋ ਜਾਂਦੀ ਆ, ਸੜ ਵੀ ਜਾਂਦਾ। ਕਈ ਵਾਰੀ ਲਾਈਟ ਗਈ ਹੁੰਦੀ ਆ, ਇੱਕਦਮ ਲਾਈਟ ਆਉਂਦੀ ਆ ਤਾਂ ਵੋਲਟੇਜ ਬਹੁਤ ਹਾਈ ਆ ਜਾਂਦੀ ਆ, ਹਾਈ ਵੋਲਟੇਜ ਕਰਕੇ ਆਪਣੇ ਡਿਵਾਈਸ ਸੜ ਜਾਂਦੇ ਨੇ। ਤਾਂ ਉਹ ਡਿਵਾਈਸ ਇਹ ਜਿਹੜਾ ਹੈਗਾ ਉਹ ਸੜੇ ਨਾ, ਉਹ ਤੋਂ ਬਚਾਉਣ ਲਈ ਆਪਾਂ ਇਹ ਪ੍ਰੋਟੈਕਸ਼ਨ ਡਿਵਾਈਸ ਲਾਉਂਦੇ ਆ, AC ਸਾਈਡ ਤੇ ਵੀ DC ਸਾਈਡ ਤੇ ਵੀ। ਜਿਵੇਂ ਉਹਦੇ ਵਿੱਚ ਕਰੰਟ ਤੇ ਵੋਲਟੇਜ ਲਈ ਡਿਵਾਈਸ ਲੱਗੇ ਹੋਏ ਸੀਗੇ ਪ੍ਰੋਟੈਕਟ ਕਰਨ ਲਈ, ਐਵੇਂ ਸੇਮ ਇਹਦੇ ਵਿੱਚ ਲੱਗੇ ਹੋਏ ਨੇ। ਆਹ ਜਿਹੜੇ ਤੁਸੀਂ ਦੇਖ ਰਹੇ ਹੋ ਆਹ 4 ਜਿਨ੍ਹਾਂ ਦੇ ਵਿੱਚ ਆਹ ਹਰੀ ਜੀ ਸਪੇਸ ਹੈਗੀ ਆ, ਧਿਆਨ ਨਾਲ ਦੇਖੋ। ਇਹ ਕੀ ਆ SPD, ਇਹ ਕੀ ਹੁੰਦੇ ਆ SPD, ਸਰਜ ਪ੍ਰੋਟੈਕਸ਼ਨ ਡਿਵਾਈਸ। ਜਿਹੜਾ SPD ਹੁੰਦਾ ਉਹ ਬੇਸਿਕਲੀ ਕੀ ਹੁੰਦਾ ਵੋਲਟੇਜ ਪ੍ਰੋਟੈਕਸ਼ਨ ਡਿਵਾਈਸ ਹੁੰਦਾ। ਉਹਨੇ ਕੀ ਤੋਂ ਬਚਾਉਣਾ ਹੈ, ਹਾਈ ਵੋਲਟੇਜ ਜਾਂ ਲੋ ਵੋਲਟੇਜ ਤੋਂ। ਜਿਹੜਾ ਆ MCB ਆ, ਮਿਨੀਏਚਰ ਸਰਕਟ ਬ੍ਰੇਕਰ ਜਿਹਨੂੰ ਆਪਾਂ ਕਹਿੰਦੇ ਆ, ਇਹਨੇ ਆਪਾਂ ਨੂੰ ਇਸ ਤੋਂ ਬਚਾਉਣਾ ਹਾਈ ਕਰੰਟ ਜਾਂ ਬਹੁਤ ਲੋ ਕਰੰਟ ਤੋਂ। ਜਿੰਨਾ ਆਪਣਾ ਐਜ਼ੰਪਸ਼ਨ ਆ ਉਸ ਤੋਂ ਲੋ ਜਾਂਦਾ ਜਾਂ ਉਸ ਤੋਂ ਹਾਈ ਜਾਂਦਾ ਤਾਂ ਉਹ ਤੋਂ ਬਚਾਊਗਾ। ਜੇ ਕਰੰਟ ਹਾਈ ਆ ਗਿਆ ਤਾਂ ਕੀ ਕਰ ਜੂਗਾ, MCB ਟ੍ਰਿਪ ਕਰ ਜੂਗਾ, ਥੱਲੇ ਚਲਾ ਜਾਊਗਾ। ਜਿਵੇਂ ਘਰੇ ਕਿਸੇ ਦੇ AC ਲੱਗਿਆ ਹੋਵੇ ਤਾਂ ਕਈ ਵਾਰੀ ਹਾਈ ਕਰੰਟ ਆ ਜਾਂਦਾ ਤਾਂ ਉਹ MCB ਲੱਗਿਆ ਹੁੰਦਾ ਉਹ ਟ੍ਰਿਪ ਕਰ ਜਾਂਦਾ, ਬੰਦ ਹੋ ਜਾਂਦਾ। ਜਾਂ ਜੇ ਦੇਸੀ ਲੱਗਿਆ ਹੋਊਗਾ ਤਾਂ ਉਹ ਸੜ ਜੂਗਾ। ਉਹਦੇ ਵਿੱਚ ਵੀ ਅਲੱਗ-ਅਲੱਗ ਰੇਟਿੰਗਸ ਹੁੰਦੀਆਂ ਨੇ, 32 ਐਂਪੀਅਰ 63 ਐਂਪੀਅਰ, ਜਿੰਨਾ ਆਪਣਾ ਲੋਡ ਹੈਗਾ ਉਹਦੇ ਅਕੋਰਡਿੰਗ ਆਪਾਂ MCB ਲਗਾਉਂਦੇ ਆ। ਤਾਂ MCB ਜਿਹੜਾ ਹੈ ਉਹ ਕਰੰਟ ਤੋਂ ਬਚਾਉਂਦਾ ਹੈ, ਹਾਈ ਕਰੰਟ ਜਾਂ ਲੋ ਕਰੰਟ ਤੋਂ। SPD ਜਿਹੜਾ ਉਹ ਕੀ ਤੋਂ ਬਚਾਉਂਦਾ ਹੈ, ਹਾਈ ਵੋਲਟੇਜ ਜਾਂ ਲੋ ਵੋਲਟੇਜ ਤੋਂ। ਇਸੇ ਤਰ੍ਹਾਂ ਇਹਦੇ ਵਿੱਚ ਵੀ SPD ਲੱਗੇ ਹੋਏ ਨੇ। ਨਾਲ ਕੀ ਲੱਗੇ ਹੋਏ ਨੇ, ਫਿਊਜ਼। ਆਹ 2 ਜਿਹੜੇ ਨੇ ਇਹ ਇਹਨਾਂ ਦੇ ਵਿੱਚ, ਇਹਨਾਂ ਨੂੰ ਆਪਾਂ ਜੇ ਢੱਕਣ ਖੋਲਾਂਗੇ ਇਹਦਾ ਤਾਂ ਇਹਦੇ ਵਿੱਚ ਫਿਊਜ਼ਸ ਨੇ। ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਫਿਊਜ਼ ਬੰਦ ਓਪਨ ਕਰਕੇ। मेरे दसन तो बाद थोड़ा बहुत आप भी देखियो, मैं सिर्फ एक बंद करूँगा ताकि अपना सिस्टम चलता रहे। आ जिहड़ा इहदे विच पिया होया ये की है, दिस इज़ अ फ्यूज़। ठीक है, एक पर्टिकुलर रेटिंग का फ्यूज़ आ, मतलब या तो 15 एंपीयर का होगा या 18 एंपीयर का फ्यूज़ होगा। जे करंट उस तो वध आउंदा तां ये फ्यूज़ की होगा, सड़ जूगा। ये सड़ जूगा बट अपना इन्वर्टर नहीं सड़ूगा। ठीक है, अपना इन्वर्टर बच जूगा। तो ये जिहड़ा फ्यूज़ है आपां नूं हाई करंट तो बचाउंदा गा। ਇਹ SPD मैं ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਆਪਾਂ ਨੂੰ ਵੋਲਟੇਜ ਤੋਂ ਹਾਈ ਵੋਲਟੇਜ ਤੋਂ ਬਚਾਉਂਦੀ ਹੈ। ਇਹ ਕੀ ਕਰਦੀ ਹੈ, ਜਦੋਂ ਕੋਈ ਹਾਈ ਵੋਲਟੇਜ ਆਊਗੀ ਇਹ ਅਰਥ ਨਾਲ ਕਨੈਕਟਡ ਆ। ਦੇਖੋ ਅਰਥ ਦੀ ਵਾਇਰ ਹੈ ਨਾ, ਗ੍ਰੀਨ ਵਾਇਰ ਜਿਹੜੀ ਹੁੰਦੀ ਹੈ ਅਰਥ ਦੀ ਵਾਇਰ ਹੁੰਦੀ ਹੈ, ਹਮੇਸ਼ਾ ਯਾਦ ਰੱਖਣਾ ਇਹਨੂੰ, ਹਾਊਸ ਵਾਇਰ ਵੀ ਕਹਿੰਦੇ ਆਪਾਂ। ਇਹ ਹਾਈ ਵੋਲਟੇਜ ਨੂੰ ਕੀ ਕਰ ਦੂਗਾ, ਗਰਾਊਂਡ ਕਰ ਦੂਗਾ। ਜੇ ਕਿਸੇ ਕਾਰਨ ਕਰਕੇ ਆਪਣੀ ਅਰਥਿੰਗ ਨਹੀਂ ਕੰਮ ਕਰ ਰਹੀ, ਅਰਥ ਆਪਣੇ ਡੈਮੇਜ ਹੋ ਗਏ, ਕਾਪਰ ਦੀ ਅਰਥ ਪਾਈ ਆ ਜਾਂ ਕਾਪਰ ਬੌਂਡਡ ਪਾਈ ਆ, ਉਹਨੂੰ ਜਰ ਲੱਗ ਗਿਆ ਕਿਸੇ ਕਾਰਨ ਕਰਕੇ, ਉਹ ਕੰਮ ਨਹੀਂ ਕਰ ਰਹੀ, ਤਾਂ ਕੀ ਹੋਊਗਾ, ਇਹ ਡਿਵਾਈਸ ਸੜ ਜੂਗਾ। पर ये नहीं सड़ूगा। ठीक है, पहला तो यदा काम की है, हाई वोल्टेज में अर्थ करना। जे स्टिल अर्थ अपनी काम नहीं भी कर रही तो भी अपना सिस्टम बच जूगा, ये सड़ जूगा, SPD सड़ जूगी, अपना सिस्टम नहीं बचूगा। ठीक है जी, तो ये सारे की ने सर्ज प्रोटैक्शन डिवाइसिस। हाँ जी, हुण ब्रीफ ही कर रहे हैं, बस यही मेन सीगे। तो ये सारा सिस्टम जिहड़ा हैगा ये मेन सिस्टम सी सोलर मॉड्यूल्स, इन्वर्टर्स एंड सर्ज प्रोटैक्शन डिवाइसिस। ठीक है, ਤਾਂ ਇਹਨਾਂ ਤਿੰਨਾਂ ਸਿਸਟਮਸ 'ਤੇ ਹੀ ਆਪਣਾ ਜਿਹੜਾ ਸੋਲਰ ਸਿਸਟਮ ਹੈ ਉਹ ਖੜਾ ਹੈ ਅਤੇ ਉਹ ਐਨਰਜੀ ਪ੍ਰੋਡਿਊਸ ਕਰਕੇ ਦੇ ਰਿਹਾ ਹੈ। ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਆ 11.90 kWh ਜਿਹੜੇ ਨੇ, ਉਹ kWh ਕੀ ਹੁੰਦਾ, ਕਿਲੋਵਾਟ ਆਵਰ। ਇਹ ਐਨਰਜੀ ਪ੍ਰੋਡਿਊਸਡ ਆ ਜਿਹੜੀ ਆਪਾਂ ਯੂਨਿਟ ਬਣਾ ਕੇ ਗ੍ਰਿਡ ਨੂੰ ਦੇ ਰਹੇ ਹਾਂ ਜਾਂ ਬਿਜਲੀ ਬੋਰਡ ਨੂੰ ਦੇ ਰਹੇ ਹਾਂ। ਤਕਰੀਬਨ ਇਹਨੇ 12 ਯੂਨਿਟ ਬਣਾ ਦੇ। ਠੀਕ ਹੈ, ਆ ਜਾਓ ਆਪਾਂ ਬਾਹਰ ਚੱਲਦੇ ਹਾਂ। ਕੁਛ ਨੂੰ ਥੋੜ੍ਹਾ ਵੱਧ ਵੀ ਸਮਝ ਆਇਆ ਹੋ ਸਕਦਾ, ਬਟ ਮੇਰੇ ਦੱਸਣ ਤੋਂ ਇਲਾਵਾ ਵੀ ਨਾ ਘਰੇ ਜਾ ਕੇ ਇਸ ਚੀਜ਼ ਨੂੰ ਤੁਸੀਂ ਸਟੱਡੀ ਕਰਕੇ ਦੇਖਿਓ, ਕਿਉਂਕਿ ਇਹ ਸਿਸਟਮ ਜਿਹੜਾ ਨਾ ਇਹ ਅੱਗੇ ਹੋਰ ਵਾਸਟ ਹੋਈ ਜਾਣਾ ਗਾ। ਸਾਰੀ ਜਿੰਨੀ ਵੀ એનર્ਜੀ ਪ੍ਰੋਡਕਸ਼ਨ ਆ ਉਹ ਇਸੇ ਸਿਸਟਮ ਦੇ ਥਰੂ ਹੋਣੀ ਆ। ਜਿੰਨੇ ਥਰਮਲ ਪਲਾਂਟ ਨੇ, ਕੋਲ ਪਲਾਂਟ ਨੇ ਆਪਣੀ ਕੰਟਰੀ ਦੇ ਵਿੱਚ, ਉਹ ਸਾਰੇ ਬੰਦ ਹੋ ਜਾਣੇ ਆ। ਟੋਟਲ એનર્ਜੀ ਜਿਹੜੀ ਸੋਲਰ 'ਚ ਪ੍ਰੋਡਿਊਸ ਹੋਣੀ ਹੈ। ਕੋਈ ਐਗਰੀਕਲਚਰ ਸੈਕਟਰ 'ਚ ਹੈਗਾ, ਐਗਰੀਕਲਚਰ ਸੈਕਟਰ 'ਚ ਵੀ ਸੋਲਰ ਦੇ ਥਰੂ ਹੀ ਪ੍ਰੋਡਕਸ਼ਨ ਹੋਣੀ ਹੈ। ਪਾਣੀ ਵੀ ਸੋਲਰ ਦੇ ਥਰੂ ਆਉਂਦਾ, ਮੋਟਰਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਉਹ ਪਾਣੀ ਵੀ ਸੋਲਰ ਦੇ ਥਰੂ ਕੱਢਦੀਆਂ ਨੇ। ਠੀਕ ਹੈ, ਕਿਤੇ ਵੀ ਖੇਤ 'ਚ ਕਿਤੇ ਵੀ ਲੈ ਕੇ ਜਾਣੀ ਹੈ, ਇੱਕ ਟਰਾਲੀ ਬਣਦੀ ਹੈ, ਟਰਾਲੀ 'ਤੇ ਪੈਨਲਸ ਲੱਗ ਜਾਂਦੇ ਆ, ਉਹਦੀ ਸਿਸਟਮ ਲੱਗ ਜਾਂਦਾ, ਬਿਜਲੀ ਪ੍ਰੋਡਿਊਸ ਕਰਕੇ ਆਪਾਂ ਉੱਥੇ ਸਾਰੇ ਡਿਵਾਈਸ ਚਲਾ ਸਕਦੇ ਹਾਂ। ਤਾਂ ਸਾਰਾ ਕੁਛ ਸੋਲਰ 'ਤੇ ਹੋ ਜੂਗਾ। ਕੁੱਕਰ ਤਾਂ ਬਹੁਤ ਹੀ ਪਹਿਲਾਂ ਆ ਗਏ ਸੀਗੇ, ਬਹੁਤ ਪਹਿਲਾਂ ਦੀ ਗੱਲ ਹੈ।
ठीक है। मैनूं लगदा कि 30-35 साल हो गए कुकरस जदों इंट्रोड्यूस होए सी सोलर कुकरस, ਤਾਂ ਇਹਨੂੰ ਸਟੱਡੀ ਕਰਨਾ, ਅੱਗੇ ਤੁਸੀਂ ਇਹਨੂੰ ਕਰੀਅਰ ਵੀ ਬਣਾ ਸਕਦੇ ਹੋ। ਜਿਹਦਾ ਕਰੀਅਰ ਬਣਾਓਗੇ ਤੁਸੀਂ, ਜੇ ਉਰੇ ਨਹੀਂ ਰਹਿਣਾ, ਫੋਰਨ ਕੰਟਰੀ 'ਚ ਵੀ ਕਿਤੇ ਜਾਣਾ, ਸਾਰੀ ਕੰਟਰੀਜ਼ 'ਚ ਸੋਲਰ ਦਾ ਤੁਹਾਡੀ ਜੋਬ ਜਿਹੜੀ ਆ ਉਹ ਕਿਤੇ ਵੀ ਤੁਹਾਨੂੰ ਮਿਲ ਸਕਦੀ ਆ ਬੜੇ ਆਰਾਮ ਨਾਲ, ਔਰ ਟੈਕਨੀਕਲ ਲਾਈਨ 'ਚ ਮਿਲੂਗੀ। ਜੇ ਟੈਕਨੀਕਲ ਲਾਈਨ 'ਚ ਤੁਸੀਂ ਜੋਬ ਲਓਗੇ ਤਾਂ ਤੁਹਾਡੇ ਪਰਕਸ ਵੀ ਬਹੁਤ ਵਧੀਆ ਹੋਣਗੇ, ਸੈਲਰੀ ਵੀ ਬਹੁਤ ਵਧੀਆ ਹੋਊਗੀ। ਬਹੁਤ ਅੱਛੀ ਕਰੀਅਰ ਲਾਈਨ ਹੈ ਇਹ, ਔਰ ਆਉਣ ਵਾਲੇ 50 ਸਾਲਾਂ 'ਚ ਤਾਂ ਇਹ ਡਾਊਨ ਨਹੀਂ ਜਾਂਦੀ, ਬਿਕੋਜ਼ ਇਹ 'ਚ ਰੋਜ਼ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਆ ਰਹੀ ਹੈ, ਇੰਟਰੋਡਿਊਸ ਹੋ ਰਹੀ ਆ। ਠੀਕ ਹੈ, ਤਾਂ ਇਸ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਥੈਂਕਸ ਕਰਨਾ ਚਾਹੁੰਦਾ, ਤੁਸੀਂ ਸਮਾਂ ਦਿੱਤਾ ਆਪਣਾ। ਠੀਕ ਹੈ, ਔਰ ਧਿਆਨ ਨਾਲ ਸੁਣਿਆ ਮੈਨੂੰ, ਐਂਡ ਥੈਂਕਸ ਕਰਦਾ ਮੈਂ ਪ੍ਰਿੰਸੀਪਲ ਸਾਹਿਬ ਨੂੰ। ਥੈਂਕ ਯੂ ਸੋ ਮਚ।